ਸਿੱਪੀ ਦੀ ਲਵ ਇੰਟਰਸਟ ਵੀ ਹੈ, ਉਹਦੀ ਪਾਰਟਨਰ ਹੈ ਤੇ ਉਹਨਾਂ ਨੇ ਕਿਹਾ ਸੀ ਕਿ ਹੀਰੋ ਹੀਰੋਇਨ ਨਹੀਂ ਹੈਗੇ ਮੇਰੀ ਫਿਲਮ 'ਚ। ਬਟ ਇਹ ਚੀਜ਼ ਹੁਣ ਅਸੀਂ ਹੀ ਚੇਂਜ ਕਰਨੀ ਹੈ ਨਾ, ਜੇ ਅਸੀਂ ਕਾਮੇਡੀ ਹੀ ਕਰਦੇ ਰਹਾਂਗੇ ਤੇ ਪੰਜਾਬੀ ਫਰੰਟ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪਿੰਕੀ ਚੌਧਰੀ ਤੇ ਹੁਣ ਤੁਹਾਡੇ ਨਾਲ ਰੂਬਰੂ ਕਰਵਾਉਣ ਜਾ ਰਹੀ ਹਾਂ ਮਰਜਾਣੇ ਫਿਲਮ ਦੀ ਐਕਟਰੈਸ ਦੇ ਨਾਲ, ਯਾਨੀ ਕਿ ਪ੍ਰੀਤ ਕਮਲ ਜੀ ਨਾਲ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿਵੇਂ ਹੋ ਤੁਸੀਂ? ਮੈਂ ਬਿਲਕੁਲ ਠੀਕ, ਥੈਂਕ ਯੂ। ਹੋਰ ਫਿਰ ਤੁਹਾਡੀ ਨਵੀਂ ਫਿਲਮ ਆ ਰਹੀ ਹੈ, ਕਿੰਨੇ ਕੁ ਐਕਸਾਈਟਿਡ ਹੋ ਤੁਸੀਂ? ਬਹੁਤ ਐਕਸਾਈਟਡ ਹਾਂ, ਬਹੁਤ ਵੇਟ ਕਰਕੇ ਪੇਸ਼ੈਂਸ ਨਾਲ ਬੈਠੇ ਹੋਏ ਸੀ ਆਪਾਂ, ਕਿਉਂਕਿ ਪੈਂਡੇਮਿਕ ਤੋਂ ਪਹਿਲਾਂ ਰਿਲੀਜ਼ ਹੋਣੀ ਸੀ ਬਟ ਡਿਲੇ ਹੋ ਗਈ, ਬਟ ਫਾਈਨਲੀ ਇਟਸ ਕਮਿੰਗ ਆਊਟ ਔਨ 10 ਦਸੰਬਰ। ਓਕੇ, ਇਹੀ ਫਿਲਮ ਨੂੰ ਕਿਉਂ ਚੂਜ਼ ਕੀਤਾ ਤੁਸੀਂ? ਅਮਰਦੀਪ ਭਾਜੀ ਕਰਕੇ, ਉਹਨਾਂ ਦੀ ਡਾਇਰੈਕਸ਼ਨ, ਸਿਨੇਮੈਟਿਕਲੀ ਉਹਨਾਂ ਦੀ ਵਿਜ਼ਨ ਬਹੁਤ ਸਟਰੋਂਗ ਆ। ਸੋ ਉਹਨਾਂ ਨੂੰ ਦੇਖ ਕੇ, ਉਹਨਾਂ ਦਾ ਕੰਮ ਦੇਖ ਕੇ, ਜੋਰਾ ਦੇਖੀ ਸੀ, ਸੋ ਆਈ ਕੁਡ ਫੀਲ ਕਿ ਇਹਨਾਂ ਨਾਲ ਕੰਮ ਕਰਨਾ ਬਹੁਤ ਵਧੀਆ ਰਹੇਗਾ। ਐਂਡ ਬਹੁਤ ਐਕਟਰਸ ਦੀ ਬਕਟ ਲਿਸਟ 'ਤੇ ਹੈਗੇ ਉਹ ਕਿ ਮੈਂ ਉਹਨਾਂ ਨਾਲ ਕੰਮ ਕਰਨਾ ਹੈ, ਜਿਨ੍ਹਾਂ ਨੂੰ ਵੀ ਮੈਂ ਦੱਸਿਆ ਕਿ ਮੈਂ ਉਹਨਾਂ ਨਾਲ ਕੰਮ ਕੀਤਾ ਹੈ, ਦੇ ਵਿਲ ਲਾਈਕ ਕਿ ਇੰਨੀ ਛੇਤੀ ਆਪਣੇ ਕਰੀਅਰ 'ਚ ਯੂ ਆਰ ਵਰਕਿੰਗ ਵਿਦ ਅਮਰਦੀਪ ਸਿੰਘ ਗਿੱਲ, ਵਿਚ ਇਜ਼ ਅ ਬਿਗ ਥਿੰਗ। ਅਤੇ ਉਹਨਾਂ ਕਰਕੇ ਮੈਂ ਫਿਲਮ ਨੂੰ ਹਾਂ ਕੀਤੀ ਸੀ। ਸਿੱਪੀ ਗਿੱਲ ਜੀ ਨਾਲ ਰੋਮਾਂਸ ਕਰਨਾ ਕਿੰਨਾ ਕੁ ਟਫ ਹੈ, ਕਿਉਂਕਿ ਉਹ ਦੇਖਣ 'ਚ ਹੀ ਮਤਲਬ ਇੱਕ ਅੜਬ ਜਿਹੇ ਮੁੰਡੇ ਲੱਗਦੇ ਨੇ। ਆਈ ਨੋ, ਉਹਨਾਂ ਦੇ ਸੌਂਗਸ ਇਹੋ ਜਿਹੇ ਹੈਗੇ ਕਿ ਉਹਨਾਂ ਨੂੰ ਜਦ ਮੈਂ ਪਹਿਲੀ ਵਾਰੀ ਮਿਲੀ ਸੀ, ਉਸ ਤੋਂ ਪਹਿਲਾਂ ਮੈਨੂੰ ਲੱਗਦਾ ਸੀ ਕਿ ਸ਼ਾਇਦ ਥੋੜ੍ਹੇ ਖੜੂਸ ਜਿਹੇ ਹੋਣਗੇ, ਨਹੀਂ ਹੋਇਆ ਜਾਏਗਾ। ਬਟ ਹੀ ਇਜ਼ ਅ ਬ੍ਰਿਲੀਅੰਟ ਐਕਟਰ ਐਂਡ ਹਰ ਐਕਟਰ ਦਾ ਕੰਮ ਹੈ ਕਿ ਜਿਹੜੇ ਕਿਰਦਾਰ ਨੂੰ ਤੁਸੀਂ ਕਰ ਰਹੇ ਹੋ ਉਹ ਨਿਭਾਓ। ਐਂਡ ਉਹ ਡਾਇਰੈਕਟਰ ਦਾ ਵੀ ਕੰਮ ਹੁੰਦਾ ਕਿ ਕਿਵੇਂ ਰੋਮਾਂਸ ਕੱਢਣਾ ਹੈ ਇੱਕ ਐਕਟਰ ਤੋਂ। ਸੋ ਇੰਨਾ ਔਖਾ ਨਹੀਂ ਸੀ, ਬਿਕੋਜ਼ ਹੀ ਇਜ਼ ਅ ਵੈਰੀ ਗੁੱਡ ਐਕਟਰ। ਅਤੇ ਉਹਨਾਂ ਨੇ ਬਹੁਤ ਵਧੀਆ ਐਕਟਿੰਗ ਕਰਕੇ ਦਿਖਾਇਆ ਕਿ ਹਾਂ, ਹੀ ਇਜ਼ ਇਨ ਲਵ ਵਿਦ ਪੂਜਾ, ਦ ਕੈਰੈਕਟਰ ਦੈਟ ਆਈ ਐਮ ਪਲੇਇੰਗ। ਅਤੇ ਉਹਨਾਂ ਦਾ ਜਿਹੜਾ ਨੇਚਰ ਹੈ ਉਹ ਐਡਾ ਅਡਬ ਟਾਈਪ ਜਿਵੇਂ ਤੁਸੀਂ ਕਹਿ ਰਹੇ ਹੋ ਨਹੀਂ ਹੈ। ਹੀ ਇਜ਼ ਅ ਵੈਰੀ ਫਰੈਂਡਲੀ ਪਰਸਨ ਟੂ ਬੀ ਵਿਦ। ਜਿਵੇਂ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਸਭ ਨੇ ਸੁਣਿਆ ਹੀ ਸੀਗਾ ਕਿ ਇਹ ਜਿਹੜੀ ਸਟੋਰੀ ਹੈ ਉਹ ਕਿਰਦਾਰ ਦੀ ਸਟੋਰੀ ਹੈ, ਐਵੇਂ ਦਾ ਕਿਉਂ ਹੈ? ਅਮਰਦੀਪ ਸਿੰਘ ਗਿੱਲ ਜਿਹੜੇ ਡਾਇਰੈਕਟਰ ਹੈਗੇ, ਉਹਨਾਂ ਨੇ ਆਈ ਥਿੰਕ ਜੋਰਾ ਦੇ ਟਾਈਮ ਵੀ, ਕਿਉਂਕਿ ਕੁਲ ਇਜ਼ ਅ ਗੁੱਡ ਫਰੈਂਡ, ਉਹਨੇ ਵੀ ਮੈਨੂੰ ਦੱਸਿਆ ਸੀ ਕਿ ਜੋਰਾ ਦੇ ਟਾਈਮ 'ਤੇ ਵੀ ਐਵੇਂ ਹੀ ਸੀ ਕਿ ਉਹਨਾਂ ਨੇ ਹਰ ਇੱਕ ਕਿਰਦਾਰ ਦੀ ਬਹੁਤ ਇੰਪੋਰਟੈਂਸ ਦਿਖਾਈ ਹੈ। ਉਹਨਾਂ ਦੀ ਪ੍ਰੀ ਪ੍ਰੋਡਕਸ਼ਨ, ਪ੍ਰੀ ਪਲੈਨਿੰਗ ਐਡੀ ਸਟਰੋਂਗ ਸੀ ਕਿ ਉਹਨਾਂ ਨੂੰ ਹਰ ਇੱਕ ਕਿਰਦਾਰ ਦਾ ਪਤਾ ਸੀ ਕਿ ਕਿੰਨੇ ਕੀ ਪਾਉਣਾ ਹੈ, ਕਿਸ ਟਾਈਪ ਦਾ ਇਮੋਸ਼ਨ ਉਹਨੇ ਲੈ ਕੇ ਆਉਣਾ ਹੈ, ਜਾਂ ਉਹ ਕੀ ਕਰ ਰਿਹਾ ਕਿਰਦਾਰ ਉਸ ਸੀਨ 'ਚ। ਸੋ ਆਈ ਥਿੰਕ ਉਹ ਇੱਕ ਡਾਇਰੈਕਟਰ ਦੀ ਹੀ ਵਿਜ਼ਨ ਹੈ। ਉਹਨਾਂ ਨੇ ਕਿਹਾ ਸੀ ਕਿ ਹੀਰੋ ਹੀਰੋਇਨ ਨਹੀਂ ਹੈਗੇ ਮੇਰੀ ਫਿਲਮ 'ਚ, ਸਾਰੇ ਕਿਰਦਾਰ ਹੈਗੇ ਐਂਡ ਤੇਰਾ ਕਿਰਦਾਰ ਪੂਜਾ ਦਾ ਹੈ, ਤੂੰ ਇੱਕ ਪੋਜ਼ੀਟਿਵ ਕੈਰੈਕਟਰ ਹੈ। ਅਤੇ ਇਟ ਇਜ਼ ਬਿਕੋਜ਼ ਆਫ ਹਿਮ। ਉਹਨਾਂ ਦੀ ਇੱਕ ਵਿਜ਼ਨ ਸੀ ਕਿ ਮੈਂ ਕਿਰਦਾਰਾਂ ਨੂੰ ਲੈ ਕੇ ਫਿਲਮ ਬਣਾਉਣਾ ਚਾਹੁੰਦਾ। ਇਸ ਫਿਲਮ ਦੀ ਸਟੋਰੀ ਲਾਈਨ ਕੀ ਹੈ? ਸਾਡੀ ਫਿਲਮ ਅੱਜ ਦੇ ਯੂਥ ਦੇ ਉੱਤੇ ਹੈ। ਐਂਡ ਜਿਹੜੇ ਲੋਕ ਕਾਲਜ ਜਾਂਦੇ, ਹਥਿਆਰਾਂ ਵਾਲੇ, ਲੜਾਈ ਝਗੜੇ ਵਾਲੇ ਗਾਣੇ ਸੁਣਦੇ ਅਤੇ ਆਪਣੀ ਰੀਅਲ ਲਾਈਫ 'ਚ ਵੀ ਉਹੀ ਸ਼ਰਾਰਤਾਂ ਕਰਦੇ ਜਾਂ ਲੜਾਈਆਂ ਕਰਦੇ, ਬਟ ਉਹ ਨਿੱਕੀ ਨਿੱਕੀ ਸ਼ਰਾਰਤਾਂ ਕਰਦੇ ਕਰਦੇ ਕਿਵੇਂ ਕਿਸੇ ਗਲਤ ਰਸਤੇ ਪੈ ਜਾਂਦੇ ਨੇ, ਉਸ ਬਾਰੇ ਹੈ ਕਹਾਣੀ। ਐਂਡ ਪੂਜਾ ਜਿਹੜਾ ਮੇਰਾ ਕੈਰੈਕਟਰ ਹੈ, ਉਹ ਵੀ ਇਹਨਾਂ ਦੇ ਨਾਲ ਕਾਲਜ ਹੀ ਪੜ੍ਹਦੀ ਹੈ, ਬਟ ਉਹ ਸਿੱਪੀ ਦੀ ਲਵ ਇੰਟਰਸਟ ਵੀ ਹੈ, ਉਹਦੀ ਪਾਰਟਨਰ ਹੈ। ਅਤੇ ਉਹ ਹਮੇਸ਼ਾ ਵਾਰੀ ਕੋਸ਼ਿਸ਼ ਕਰਦੀ ਹੈ ਕਿ ਇਹ ਸਾਰੇ ਮੁੰਡੇ ਜਿਹੜੇ ਗਲਤ ਰਸਤੇ ਪੈ ਸਕਦੇ ਨੇ ਉਹਨਾਂ ਨੂੰ ਵਾਪਸ ਲੈ ਕੇ ਆ ਸਕੇ। ਸੋ ਇਟ ਇਜ਼ ਅਬਾਊਟ ਦੈਟ। ਹੁਣ ਕਿਵੇਂ ਮੇਰੀ ਟ੍ਰੇਲਰ 'ਚ ਡਾਇਲੋਗ ਵੀ ਹੈਗਾ, ਤੇਰੇ ਜੱਟਵਾਦ ਨੇ ਮਰਵਾ ਦੇਣਾ ਤੈਨੂੰ ਕਿਸੇ ਦਿਨ। ਅਤੇ ਉਹ ਉਹੀ ਕਹਿਣਾ ਚਾਹੁੰਦੀ ਹੈ ਉਹਨਾਂ ਨੂੰ ਕਿ ਨਿੱਕੀ ਨਿੱਕੀ ਸ਼ਰਾਰਤਾਂ ਤਾਂ ਠੀਕ ਹੈ, ਬਟ ਜੇ ਤੁਸੀਂ ਗਲਤ ਰਸਤੇ ਚਲੇ ਗਏ ਤਾਂ ਔਖਾ ਹੋਣਾ ਵਾਪਸ ਮੁੜਨਾ। ਅਤੇ ਹੁਣ ਮੁੜਦੇ ਨੇ ਕਿ ਨਹੀਂ ਮੁੜਦੇ, ਉਹ ਫਿਲਮ ਦੇਖ ਕੇ ਪਤਾ ਲੱਗੇਗਾ। ਤਾਂ ਤੁਹਾਡੀ ਸੈਕਿੰਡ ਫਿਲਮ ਦੇ ਵਿੱਚ ਕਾਫੀ ਜ਼ਿਆਦਾ ਲੰਬਾ ਗੈਪ ਸੀ, ਅਤੇ ਉਸ ਤੋਂ ਬਾਅਦ ਇਹੀ ਪ੍ਰੋਜੈਕਟ ਕਿਉਂ ਚੂਜ਼ ਕੀਤਾ ਤੁਸੀਂ? ਪਹਿਲਾਂ ਤਾਂ ਮੇਰੀ ਪਹਿਲੀ ਫਿਲਮ ਸਾਬ ਬਹਾਦਰ ਸੀ, ਐਮੀ ਦੇ ਨਾਲ ਆਈ ਸੀ। ਉਹਦੇ ਬਾਅਦ 1-2 ਸਾਲ ਤਾਂ ਮੈਂ ਆਈ ਹੈਡ ਸਮ ਪਰਸਨਲ ਥਿੰਗਸ। ਮੇਰੇ ਦਾਦੀ ਜੀ, ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਅਤੇ ਮੈਂ ਵਾਪਸ ਚਲੀ ਗਈ ਸੀ। ਆਈ ਵਾਂਟਡ ਟੂ ਸਪੈਂਡ ਟਾਈਮ ਵਿਦ ਹਰ। ਉਹਨਾਂ ਨੂੰ ਵੀ ਹੈਗਾ ਸੀ ਕਿ ਮੇਰੇ ਨਾਲ ਟਾਈਮ ਸਪੈਂਡ ਕਰ। ਅਤੇ ਹੁਣ ਮੈਂ ਐਕਚੁਅਲੀ ਵੈਨ ਆਈ ਲੁੱਕ ਬੈਕ, ਮੈਨੂੰ ਲੱਗਦਾ ਕਿ ਮੈਂ ਬਹੁਤ ਚੰਗਾ ਕੀਤਾ ਕਿ ਕਰੀਅਰ ਬਾਅਦ 'ਚ ਆਉਂਦਾ, ਫੈਮਿਲੀ ਪਹਿਲਾਂ ਨੇ। ਅਤੇ ਜਦੋਂ ਚਲੇ ਗਏ ਸੀ ਤਾਂ ਮੈਂ ਫੀਲ ਕਰਦੀ ਸੀ ਕਿ ਸ਼ੁਕਰ ਐਟਲੀਸਟ ਆਈ ਕੁਡ ਗੈਟ ਦੈਟ ਟਾਈਮ ਟੂ ਸਪੈਂਡ ਵਿਦ ਹਰ। ਉਹਦੇ ਬਾਅਦ ਫਿਰ ਪੈਂਡੇਮਿਕ ਸ਼ੁਰੂ ਹੋ ਗਿਆ। ਅਸੀਂ ਸ਼ੂਟ ਤਾਂ ਕਰ ਲਈ ਸੀ ਪੈਂਡੇਮਿਕ ਤੋਂ ਪਹਿਲਾਂ,
ਬਟ ਹੁਣ ਪੈਂਡੇਮਿਕ ਕਰਕੇ 2-3 ਸਾਲ ਤਾਂ ਵੈਸੇ ਹੀ ਨਿਕਲ ਗਏ, ਪਤਾ ਹੀ ਨਹੀਂ ਲੱਗਿਆ ਇਸ ਕਰਕੇ। ਸੋ ਫਾਈਨਲੀ ਹੁਣ ਆ ਰਹੀ ਹੈ ਫਿਲਮ, ਤੇ ਹੁਣ ਗੈਪ ਨਾ ਆਏ। ਹੋਪਫੁਲੀ ਹੁਣ ਨਿੰਜਾ ਨਾਲ ਵੀ ਫਿਲਮ ਮਾਰਚ 'ਚ ਰਿਲੀਜ਼ ਹੈ ਹੁਣ ਨੈਕਸਟ ਫਿਲਮ ਮੇਰੀ, ਸੋ ਹੋਪਫੁਲੀ ਬੈਕ ਟੂ ਬੈਕ ਦੇਖਣ ਨੂੰ ਮਿਲੇਗਾ ਆਡੀਅנס ਨੂੰ। ਓਕੇ, ਇੰਡਸਟਰੀ ਦੇ ਵਿੱਚ ਆਪਣੀ ਥਾਂ ਬਣਾਏ ਰੱਖਣਾ ਕਿੰਨਾ ਕੁ ਔਖਾ ਲੱਗਦਾ ਹੈ? ਔਖਾ ਤਾਂ ਹੁੰਦਾ ਹੀ ਹੈ, ਹਰ ਫੀਲਡ 'ਚ ਐਵੇਂ ਹੁੰਦਾ। ਯੂ ਹੈਵ ਅ ਲੋਟ ਆਫ ਕੰਪੀਟੀਟਰਸ ਬਹੁਤ ਹੁੰਦੇ ਨੇ, ਬਟ what I do is I prefer ਕਿ ਮੈਂ ਆਪਣਾ ਬੈਸਟ ਦੇਵਾਂ ਐਂਡ ਮੈਂ ਇੰਪਰੂਵ ਕਰਦੀ ਰਹਾਂ ਹਰ ਫਿਲਮ ਨਾਲ। ਸਾਬ ਬਹਾਦਰ ਦੇ ਬਾਅਦ ਹੁਣ ਇਸ ਫਿਲਮ ਦੇ ਬਾਅਦ ਹੁਣ ਨਿੰਜਾ ਵਾਲੀ ਫਿਲਮ ਦੀ ਵੀ ਜਦ ਮੈਂ ਕਲਿੱਪਿੰਗਸ ਦੇਖਦੀ ਹਾਂ, ਜਦ ਮੈਂ ਡਬਿੰਗ ਲਈ ਗਈ ਸੀ, ਸੋ ਆਈ ਕੈਨ ਸੀ ਕਿ ਮੈਂ ਆਪ ਕਿੰਨਾ ਇੰਪਰੂਵ ਕੀਤਾ ਇੰਨੇ ਸਾਲਾਂ ਤੋਂ। ਸੋ ਔਖਾ ਹੁੰਦਾ, ਬਟ ਆਈ ਡੋਂਟ ਗੈਟ ਦੈਟ ਟੂ ਮਾਈ ਹੈਡ। ਮੈਨੂੰ ਹੁੰਦਾ ਬਸ ਮੈਂ ਵਧੀਆ ਕਰਦੀ ਰਹਾਂ ਅਤੇ ਵਧੀਆ ਪ੍ਰੋਜੈਕਟਸ, ਵਧੀਆ ਕੰਟੈਂਟ ਵਾਲੀ ਫਿਲਮਾਂ ਕਰਦੀ ਰਹਾਂ। ਕਿਸ ਟਾਈਪ ਦੇ ਰੋਲਸ ਜਾਂ ਕਰੈਕਟਰਸ ਤੁਹਾਨੂੰ ਪਸੰਦ ਨੇ ਰੀਅਲ ਲਾਈਫ ਦੇ ਵਿੱਚ ਤੇ ਐਜ਼ ਅ ਮੋਡਲਿੰਗ ਲਾਈਨ ਔਰ ਐਕਟਿੰਗ ਲਾਈਨ ਦੇ ਵਿੱਚ? ਐਜ਼ ਐਨ ਐਕਟਰ ਜਿਹੜੇ ਕਿਰਦਾਰ ਮੈਨੂੰ ਮੇਰੀ ਪਰਫੋਰਮੈਂਸ ਦਿਖਾ ਸਕਣ, ਮੈਂ ਕੁਛ ਵਧੀਆ ਕਰ ਸਕਾਂ, ਈਵਨ ਇਫ ਆਈ ਐਮ ਡੂਇੰਗ ਇਟ ਫॉर 5 ਮਿੰਟ ਦਾ ਵੀ ਰੋਲ ਹੋਏ, ਬਟ ਮੈਂ ਵਧੀਆ ਦਿਖਾ ਸਕਾਂ ਆਡੀਅנס ਨੂੰ, ਅਤੇ ਆਡੀਅנס ਯਾਦ ਰੱਖੇ ਕਿ ਹਾਂ ਇਹ ਕੁੜੀ ਨੇ ਵਧੀਆ ਐਕਟਿੰਗ ਕੀਤੀ ਸੀ। ਐਜ਼ ਐਨ ਐਕਟਰ ਕੁਝ ਵੀ ਵਧੀਆ ਕੰਟੈਂਟ ਵਾਲਾ ਹੋਏ, ਆਈ ਵੁੱਡ ਲਵ ਟੂ ਡੂ ਇਟ। ਮੈਂ ਹਮੇਸ਼ਾ ਕਹਿੰਦੀ ਹਾਂ ਕਿ ਮੈਂ ਬਾਇਓਪਿਕ ਕਰਨਾ ਚਾਹੁੰਦੀ ਹਾਂ ਕਿਸੇ ਸਪੋਰਟਸ ਪਰਸਨੈਲਿਟੀ ਦੀ, ਜਾਂ ਕਿਸੇ ਹੀਰੋਇਨ ਦੀ, ਮੇ ਬੀ ਸ਼੍ਰੀਦੇਵੀ ਜੀ ਔਰ ਸਮਬਡੀ ਲਾਈਕ ਦੈਟ। ਸੋ ਆਈ ਵਾਂਟ ਟੂ ਡੂ ਸਮ ਕੈਰੈਕਟਰ ਜਿਹੜਾ ਮੈਨੂੰ ਮੇਰੀ ਪਰਫੋਰਮੈਂਸ ਬਾਹਰ ਲੈ ਕੇ ਆ ਸਕੇ। ਜਿਵੇਂ ਕਿ ਆਪਣੀ ਪੋਲੀਵੁੱਡ ਇੰਡਸਟਰੀ ਦੇ ਵਿੱਚ ਜਿਹੜੀ ਵੀ ਮਾਡਲ ਜਾਂ ਐਕਟਰਸ ਨੇ ਉਹ ਸਿਰਫ ਇੱਕੋ ਹੀ ਪ੍ਰੋਜੈਕਟ ਦੇ ਵਿੱਚ ਨਜ਼ਰ ਆਈ ਹੈ, ਉਸ ਤੋਂ ਬਾਅਦ ਲੋਕਾਂ ਨੂੰ ਉਹਨਾਂ ਦੇ ਨਾਮ ਵੀ ਨਹੀਂ ਪਤਾ, ਤਾਂ ਕਿੰਨਾ ਕੁ ਟਫ ਲੱਗਦਾ ਹੈ ਕਿ ਉਹੀ ਸਟਿਲ ਪੋਜੀਸ਼ਨ ਲੋਕਾਂ ਦੇ ਮਾਈਂਡ 'ਤੇ, ਉਹਨਾਂ ਦੀ ਉਮੀਦਾਂ 'ਤੇ ਖਰਾ ਉਤਰ ਸਕੇ ਬੰਦਾ? ਉਹ ਆਪਣੇ ਉੱਤੇ ਹੁੰਦਾ। ਹੁਣ ਹੋ ਸਕਦਾ ਜੇ ਮੈਂ ਸਾਬ ਬਹਾਦਰ ਦੇ ਬਾਅਦ ਗਿਵ ਅਪ ਕਰ ਦਿੰਦੀ, ਮੈਂ ਨਾ ਆਉਂਦੀ ਵਾਪਸ, ਜਾਂ ਮੈਂ ਛੱਡ ਦਿੰਦੀ ਕੰਮ, ਮੈਂ ਵਿਆਹ ਕਰਾ ਲੈਂਦੀ, ਜਾਂ ਕੁਝ ਹੋ ਜਾਂਦਾ ਕੁੜੀਆਂ ਦਾ ਆ ਵੀ ਹੁੰਦਾ। ਅਤੇ ਫਿਰ ਮੇਰਾ ਵੀ ਆਹੀ ਹੋਣਾ ਸੀ ਕਿ ਇੱਕ ਫਿਲਮ 'ਚ ਆਈ ਸੀ, ਮੇ ਬੀ ਆਫਟਰ 10 years ਕੋਈ ਦੇਖਦਾ ਤਾਂ ਕਹਿੰਦਾ ਇਹ ਤਾਂ ਕੁੜੀ ਆਈ ਨਹੀਂ ਉਹਦੇ ਬਾਅਦ। ਬਟ ਆਪਣੇ ਉੱਤੇ ਤੁਸੀਂ ਗਿਵ ਅਪ ਨਾ ਕਰੋ। ਕੰਸਿਸਟੈਂਸੀ ਐਂਡ ਪੇਸ਼ੈਂਸ ਇਜ਼ ਵੈਰੀ ਇੰਪੋਰਟੈਂਟ ਇਨ ਦੀ ਇੰਡਸਟਰੀ, ਅਤੇ ਤੁਸੀਂ ਪੇਸ਼ੈਂਸ ਤਾਂ ਰੱਖਣੀ ਪੈਂਦੀ ਹੈ, ਹਰ ਬੰਦੇ ਨੂੰ ਰੱਖਣੀ ਪੈਂਦੀ ਹੈ। ਇੱਕ ਫਿਲਮ ਨਾਲ ਕੋਈ ਸੁਪਰਸਟਾਰ ਨਹੀਂ ਬਣਦਾ। ਅਤੇ ਹੁਣ ਇਸ ਲਈ ਆਈ ਨੋ ਦੇਰ ਆਰ ਅ ਲੋਟ ਆਫ ਪੀਪਲ, ਉਹ ਇੱਕ ਫਿਲਮ ਕਰਕੇ ਚਲੇ ਜਾਂਦੇ, ਬਟ ਆਪਣੀ ਹੁਣ ਲਾਈਫ ਦੀ ਪ੍ਰੈਫਰੈਂਸਿਸ ਹੈਗੀਆਂ, ਉਹਨਾਂ ਦਾ ਕੀ ਏਮ ਹੈ ਲਾਈਫ 'ਚ, ਉਹ ਡਿਫਰੈਂਟ ਹੈਗਾ, ਬਟ ਆਈ ਐਮ ਹੀਅਰ ਟੂ ਸਟੇ। ਜਿਵੇਂ ਕਿ ਮਰਜਾਣੇ ਦਾ ਟ੍ਰੇਲਰ ਵੇਖਿਆ, ਉਸ ਦੇ ਵਿੱਚ ਮਤਲਬ ਕੋਈ ਐਸੇ ਖਾਸ ਕਾਮੇਡੀ ਸੀਨ ਹੈ ਨਹੀਂ, ਬਾਕੀ ਇਹ ਨਹੀਂ ਪਤਾ ਕਿ ਫਿਲਮ ਦੇ ਵਿੱਚ ਕਾਮੇਡੀ ਸੀਨ ਹੈ ਕਿ ਨਹੀਂ, ਬਟ ਜਿਹੜੀ ਪੰਜਾਬੀ ਜਿੰਨੀ ਵੀ ਜਨਤਾ ਹੈ ਉਹ ਸਾਰੀ ਕਾਮੇਡੀ ਹੀ ਵੇਖਣਾ ਪਸੰਦ ਕਰਦੀ, ਤਾਂ ਕੋਈ ਰਿਸਕ ਜਾਂ ਨਹੀਂ ਲੱਗਿਆ ਤੁਹਾਨੂੰ? ਬਟ ਇਹ ਚੀਜ਼ ਹੁਣ ਅਸੀਂ ਹੀ ਚੇਂਜ ਕਰਨੀ ਹੈ ਨਾ। ਜੇ ਅਸੀਂ ਕਾਮੇਡੀ ਹੀ ਕਰਦੇ ਰਹਾਂਗੇ ਅਤੇ ਆਡੀਅנס ਹੋਰ ਕੁਝ ਪਸੰਦ ਹੀ ਨਹੀਂ, ਹੁਣ ਇਸ ਟਾਈਪ ਦਾ ਅਸੀਂ ਹੁਣ ਇੰਨਾ ਵੱਡਾ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ, ਉਹ ਕਾਮਿਕ ਵੇ 'ਚ ਨਹੀਂ ਲੈ ਕੇ ਆ ਸਕਦੇ ਅਸੀਂ। ਵੀ ਹੈਵ ਟੂ ਬੀ ਸੀਰੀਅਸ ਅਬਾਊਟ ਇਟ। ਸਾਡੀ ਫਿਲਮ ਹੁਣ ਨਸ਼ੇ ਵਾਲੇ ਯੂਥ ਕਿਵੇਂ ਚਲੀ ਜਾਂਦੀ ਹੈ ਨਸ਼ਿਆਂ 'ਚ ਐਂਡ ਆਲ ਦੀਸ ਥਿੰਗਸ। ਸੋ ਇਹ ਚੀਜ਼ ਤੁਸੀਂ ਕਾਮਿਕ ਵੇ 'ਚ ਨਹੀਂ ਲੈ ਕੇ ਆ ਸਕਦੇ, ਬਟ ਐਟ ਦ ਸੇਮ ਟਾਈਮ ਆਰ ਫਿਲਮ ਇਜ਼ ਵੈਰੀ ਐਂਟਰਟੇਨਿੰਗ। ਇਟ ਹੈਜ਼ ਰੋਮਾਂਟਿਕ ਟਰੈਕਸ, ਗਾਣੇ ਗੁਣੇ ਹੈਗੇ, ਐਂਡ ਆਫ ਕੋਰਸ ਕਿਉਂਕਿ ਯੂਥ ਦੀ ਫਿਲਮ ਹੈ ਤਾਂ ਉਹ ਰੋਮਾਂਸ ਵੀ ਦਿਖ ਰਿਹਾ ਹੈ ਮੁੰਡੇ ਕੁੜੀਆਂ 'ਚ। ਸੋ ਕਾਮੇਡੀ ਮੈਨੂੰ ਲੱਗਦਾ ਕਿ ਹੁਣ ਅਸੀਂ ਲੈ ਕੇ ਆਵਾਂਗੇ, ਬਣਾਵਾਂਗੇ ਵਧੀਆ ਫਿਲਮਾਂ, ਤਦੀ ਆਡੀਅנס ਦੇਖੇਗੀ। ਬਣਦੀਆਂ ਹੀ ਸਿਰਫ ਕਾਮੇਡੀ ਫਿਲਮਾਂ ਹੈ, ਲੋਕੀ ਐਕਸਪੈਰੀਮੈਂਟ ਹੀ ਨਹੀਂ ਕਰਦੇ ਸਾਡੀ ਇੰਡਸਟਰੀ 'ਚ, ਅਤੇ ਹੁਣ ਅਸੀਂ ਕਰ ਰਹੇ ਹਾਂ ਐਂਡ ਵੀ ਆਰ ਹੀਅਰ ਟੂ ਚੇਂਜ ਦੈਟ ਕਾਮੇਡੀ ਜਿਹੜਾ ਹੁੰਦਾ ਨਾ ਕਿ ਵੀ ਫਿਲਮਾਂ ਸਿਰਫ ਕਾਮੇਡੀ ਹੀ ਪਸੰਦ ਆਉਂਦੀਆਂ। ਆਈ ਐਮ ਸ਼ੋਰ ਪਸੰਦ ਆਉਣਗੀਆਂ ਹੁਣ ਲੋਕਾਂ ਨੂੰ, ਐਂਡ ਪੀਪਲ ਵਿਲ ਸਟਾਰਟ ਵਾਚਿੰਗ ਕੰਟੈਂਟ ਬੇਸਡ ਫਿਲਮਸ। ਇਨ ਦਾ ਐਂਡ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਤੁਹਾਡੀ ਫਿਲਮ ਦੇ ਰਿਲੇਟਿਡ? ਮੈਂ ਆਹੀ ਕਹਿਣਾ ਚਾਹੁੰਦੀ ਹਾਂ ਕਿ 1.5-2 ਸਾਲਾਂ ਤੋਂ ਹੁਣ ਥੀਏਟਰਸ ਬੰਦ ਸੀ ਜਾਂ ਵਿੱਚ ਖੁੱਲ੍ਹੇ ਵੀ ਸੀ, ਬਟ 50% ਆਕਿਊਪੈਂਸੀ ਸੀ ਸਾਡੀ ਇੰਡਸਟਰੀ ਵਿੱਚ, ਹਾਲਟ 'ਤੇ ਆਈ ਹੋਈ, ਇੰਨੀ ਫਿਲਮਾਂ ਬਣ ਕੇ ਪਈਆਂ ਹੋਈਆਂ। ਸੋ ਆਈ ਵੁੱਡ ਵਾਂਟ ਕਿ ਲੋਕੀ ਜਾਣ ਥੀਏਟਰ 'ਚ ਦੇਖਣ ਫਿਲਮ, ਐਂਡ ਆਫ ਕੋਰਸ ਤੁਹਾਨੂੰ ਪਸੰਦ ਆਏਗੀ ਫਿਲਮ। ਇਟ ਹੈਜ਼ ਅ ਮੈਸੇਜ। ਵੈਨ ਯੂ ਗੈਟ ਅਪ at the end credits you will have something to think about। ਤੁਹਾਨੂੰ ਲੱਗੇਗਾ ਕਿ ਹਾਂ ਕੁਝ ਇੱਕ ਉਹ ਫੀਲ ਹੋਏਗਾ ਕਿ ਤੁਸੀਂ ਕੁਝ ਸਿੱਖ ਕੇ ਜਾ ਰਹੇ ਹੋ ਫਿਲਮ ਤੋਂ। ਐਂਡ ਆਫ ਕੋਰਸ ਪ੍ਰੀਕਾਸ਼ਨਸ ਲੈ ਕੇ ਜਾਓ ਤੁਸੀਂ ਥੀਏਟਰਸ, ਤੁਸੀਂ ਦੇਖੋਗੇ ਫਿਲਮਾਂ ਤਦੀ ਅਸੀਂ ਹੋਰ ਬਣਾਵਾਂਗੇ, ਤਾਂ ਅਸੀਂ ਐਕਸਾਈਟਮੈਂਟ ਹੋਏਗੀ ਸਾਨੂੰ ਵੀ ਹੋਰ ਬਣਾਉਣ ਦੀ। ਸੋ ਪਲੀਜ਼ ਗੋ ਵਾਚ ਮਰਜਾਨੇ on 10 December। So in the end, thank you so much, ma'am, and best of luck for your film. Thank you so much. It was lovely talking to you.